अब मुलाजम वीर खड़े आ कि जरूरी नहीं होंदा सारे एक बराबर होण। ਅਸੀਂ ਜਦੋਂ ਸਾਨੂੰ ਨਾਕੇ ਤੇ ਕੋਈ ਪੁਲਿਸ ਵਾਲਾ ਰੋਕਦਾ ਸਾਡੀ ਮਾਨਸਿਕਤਾ ਅਸੀਂ ਇੱਥੋਂ ਤੱਕ ਕਮਜ਼ੋਰ ਕਰਕੇ ਅਸੀਂ ਪਹਿਲੀ ਨੋਟ ਕੱਢਿਆ ਹੁੰਦਾ ਹੱਥ 'ਚ ਜਾਂ ਅਸੀਂ ਮੋਬਾਈਲ ਕੱਢਿਆ ਹੁੰਦਾ ਕਿ ਆਹ ਲੋ ਜੀ ਮੈਨੂੰ ਤਾਂ ਐਮਐਲਏ ਜਾਣਦਾ ਜਾਂ ਮੈਨੂੰ ਕੋਈ ਮੰਤਰੀ ਜਾਣਦਾ। ਹਾਲਾਂਕਿ ਉਹਨੇ ਤੁਹਾਡੇ ਤੋਂ ਪੈਸੇ ਮੰਗੇ ਹੀ ਨਹੀਂ। ਜਿੰਨਾ ਸੁਖਾਵਾਂ ਕਰ ਲਾਂਗੇ ਤਾਂ ਬਚ ਜਾਾਂਗੇ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਬਿੱਲ ਕੀ ਨੇ, ਮੈਨੂੰ ਹੱਥ ਖੜਾ ਕਰਕੇ ਕਿ ਪਤਾ ਹੈਗਾ ਅਸੀਂ ਜਿਹੜਾ ਬੋਲ ਰਹੇ ਆ ਜਾਂ ਇਹ ਧਰਨੇ ਲੱਗ ਰਹੇ ਆ ਕਿਉਂ ਲੱਗ ਰਹੇ ਆ, ਕਿੰਨੇ ਕੁ ਲੋਕਾਂ ਨੂੰ ਪਤਾ? ਕਿਉਂਕਿ ਸਾਡੇ ਤਾਂ ਕੱਲ ਦੀਵਾਲੀ ਲੰਘੀ ਆ ਤਾਂ ਮੈਂ ਇੱਕ ਪੱਤਰਕਾਰ ਦੇਖਦਾ ਸੀ ਕਿ ਉਹ ਲੋਕਾਂ ਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਦੀਵਾਲੀ ਦਾ ਤਾਂ ਪਤਾ, ਬੰਦੀ ਛੋੜ ਦਿਵਸ ਦਾ ਪਤਾ। ਮੈਨੂੰ ਬਹੁਤ ਅਫਸੋਸ ਹੋਇਆ ਤੇ ਸ਼ਰਮ ਵਾਲੀ ਗੱਲ ਸੀ ਕਿ 50 ਜਾਂ 60 ਸਾਲ ਦੇ ਬਜ਼ੁਰਗ ਚੰਡੀਗੜ੍ਹੋਂ ਕਿਸੇ ਮਾਰਕੀਟ 'ਚ ਕੁੜੀ ਪੁੱਛ ਰਹੀ ਸੀ ਤਾਂ ਲੋਕਾਂ ਨੂੰ ਬੰਦੀ ਛੋੜ ਦਿਵਸ ਦਾ ਨਹੀਂ ਸੀ ਪਤਾ। ਲਾਸਟ ਈਅਰ ਜਦੋਂ ਹੜ੍ਹ ਆਇਆ, ਜਦੋਂ ਕਹਿੰਦੇ ਸੀ ਕਿ ਨਸ਼ਿਆਂ 'ਚ ਮਰ ਗਿਆ ਪੰਜਾਬ, ਇਸੇ ਨੌਜਵਾਨਾਂ ਨੇ ਬੋਰੀਆਂ ਮਿੱਟੀ ਦੀਆਂ ਭਰ ਬੰਨ ਬੋਰੀਆਂ ਨਾਲ ਲਾਤੇ ਸੀ। ਪੰਜਾਬ ਦੀ ਜਵਾਨੀ, ਪੰਜਾਬ ਦਾ ਡੀਐਨਏ ਇੰਨਾ ਕਮਜ਼ੋਰ ਨਹੀਂ ਕਿ ਸਿਰੰਜ ਖਤਮ ਕਰ ਦੇ। ਬਸ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਸਾਨੂੰ ਇਕੱਠੇ ਰਹਿਣਾ ਪੈਣਾ। ਤਾਂ ਬਾਬੇ ਨੇ ਬਸ ਜਪਨਾਮ ਆਸ਼ਰਮ ਦੇ ਜਿਹੜੀ ਹੋਣੀ ਨਵੇਂ ਮੁੰਡਿਆਂ ਨੇ ਵੈਬ ਸੀਰੀਜ਼ ਫਿਰ ਜਪਨਾਮ ਕਰਾ ਦਿੰਦੇ ਆ ਭਾਈ, ਲੱਡੂ ਦਾ ਪ੍ਰਸ਼ਾਦ ਦੇ ਕੇ। ਕਿਉਂਕਿ ਪਿੰਡ ਪਿੰਡ ਜਾਣ ਨਾਲੋਂ ਪੰਜਾਬ ਦੇ 10 ਡੇਰਿਆਂ ਤੇ ਜਾਓ ਤਾਂ ਸਰਕਾਰ ਬਣ ਜਾਣੀ ਹੈ। ਆ 10 ਤੋਂ ਨੌਕਰੀਆਂ ਦੀ ਗੱਲ ਕੀਤੀ ਸੀ 10, ਪਰ ਨਾਲ ਦੀ ਨਾਲ ਪਤਾ ਕੀ ਹੁੰਦਾ, ਸਵਾਲ ਤਾਂ ਪੁੱਛਣਾ ਚਾਹੁੰਦੇ ਹੁੰਦੇ ਆ ਲੋਕ, ਯੂਥ ਵੀ ਪੁੱਛਣਾ ਚਾਹੁੰਦਾ, ਬਾਬਾ ਵੀ ਪੁੱਛਣਾ ਚਾਹੁੰਦਾ ਹੁੰਦਾ। ਜਿਹੜੇ ਨਾਲ ਚਮਚੇ ਨਹੀਂ ਹੁੰਦੇ ਚਾਟੂਗਰ ਚਮਚੇ, ਉਹ ਜਥੇਦਾਰ ਜਿਹੜੇ ਨਕਲੀ, ਉਹ ਨਾ ਕੋਈ ਨਹੀਂ ਮੰਤਰੀ ਸਾਹਿਬ ਕੋਈ ਨਹੀਂ ਪੁੱਛਣੀ ਬਾਤ ਪੁੱਛਣੀ, ਪਹਿਲਾਂ ਤਾਂ ਉਹਨੇ ਫੁੱਟ ਮਾਰੋ। ਸਾਡੇ ਤੋਂ 5 ਕਰੋੜ ਦਾ ਕਿੱਲਾ ਖਰੀਦ ਕੇ 500 ਫਲੈਟ ਬਣਾ ਕੇ ਇੱਕ ਫਲੈਟ ਕਰੋੜ ਰੁਪਏ ਦਾ ਵੇਚਿਆ। 500 ਕਰੋੜ ਰੁਪਏ ਇੱਕ ਕਿੱਲੇ 'ਚੋਂ ਬਣਾ ਗਿਆ। 5 ਕਰੋੜ ਦਾ ਕਿੱਲਾ ਖਰੀਦ ਕੇ 500 ਕਰੋੜ ਬਣਾ ਗਿਆ। ਉਸ ਤੋਂ ਬਾਅਦ ਜਿਹੜਾ 5 ਕਰੋੜ ਸਾਨੂੰ ਦਿੱਤਾ ਸੀ ਉਹਦੇ ਵਾਸਤੇ ਉਸੇ ਹੀ ਕਿੱਲੇ ਦੇ ਵਿੱਚ ਲਿਆ ਕੇ ਕੰਪਨੀਆਂ ਲਿਆਤੀਆਂ। ਕੰਪਨੀਆਂ ਕਿਹੜੀਆਂ? ਆਹ ਜੀ BMW, ਆਹ ਆਡੀ ਕੰਪਨੀ, ਆਹ ਸਕੋਡਾ। ਸਾਡੇ ਜਵਾਕਾਂ ਨੂੰ ਨਾਲ ਦੀ ਨਾਲ ਇੱਕ ਭਰਾ ਨੇ ਆਡੀ ਕਢਾ ਲਈ, ਇੱਕ ਨੇ ਫੋਰਚੂਨਰ ਕਢਾ ਲਈ, ਬਾਪੂ ਨੂੰ ਬਰੀਜਾ ਲੈ ਕੇ ਦੇਤੀ। 5 ਸਾਲਾਂ ਬਾਅਦ ਗੱਡੀਆਂ ਕਬਾੜ ਹੋ ਗਈਆਂ। ਉਹੀ ਮੁੰਡੇ ਉਹੀ ਬਾਪੂ ਅੱਜ ਫਿਰ ਸਾਈਕਲ ਤੇ ਆ ਚੰਡੀਗੜ੍ਹ ਦੇ ਆਲੇ ਦੁਆਲੇ ਜਾ ਕੇ ਵੇਖੋ। ਆ ਮੈਂ ਸਾਹਮਣੇ ਦੇਖਦਾ, ਮਾਫ ਕਰਿਓ ਝੰਡਾ ਲੱਗਿਆ। ਸਾਡੀ ਸਭ ਤੋਂ ਵੱਡੀ ਕਮਜ਼ੋਰੀ ਪੰਜਾਬ ਦੀ ਅੱਜ ਝੰਡੇ ਬਣ ਚੁੱਕੇ ਆ, ਪਾਰਟੀਆਂ ਦੇ ਝੰਡੇ। ਸਾਨੂੰ ਸਾਡੇ ਘਰਾਂ ਦੇ ਉੱਤੇ ਸਾਡੇ ਗੁਰੂਆਂ ਦੇ ਦਿੱਤੇ ਝੰਡੇ ਕਿਉਂ ਨਹੀਂ? ਪਾਰਟੀਆਂ ਦੇ ਝੰਡੇ ਕਿਉਂ ਨਹੀਂ? ਸਾਡੇ ਡਰਾਇੰਗ ਰੂਮਾਂ ਦੇ ਵਿੱਚ ਅਸੀਂ 4 ਸਾਲ 5 ਸਾਲ ਗਾਲਾਂ ਕੱਢਦੇ ਆ। ਇੱਕ ਦਿਨ ਕੋਈ ਐਮਐਲਏ ਐਮਪੀ ਆਉਂਦਾ ਉਹਦੇ ਨਾਲ ਫੋਟੋ ਖਿਚਾ ਕੇ ਆਪਾਂ ਉੱਥੋਂ ਗੁਰੂਆਂ ਦੀ ਫੋਟੋ ਚੱਕ ਕੇ ਲਾ ਕੇ, ਆਪਣੇ ਬੱਚਿਆਂ ਦੀ ਫੋਟੋ ਚੱਕ ਕੇ ਲਾ ਕੇ ਉੱਥੇ ਆਪਾਂ ਮੰਤਰੀ ਦੀ ਫੋਟੋ ਲਾ ਦਿੰਦੇ ਆ। ਆਪਾਂ ਨੂੰ ਜਾਣਦਾ ਵੀ ਨਹੀਂ ਹੁੰਦਾ। ਅਸੀਂ ਇੰਨੀ ਇੱਥੋਂ ਤੱਕ ਆਪਾਂ ਇੱਕ ਚਮਚਾਗਿਰੀ ਕਹਿ ਸਕਦਾ ਮੈਂ ਕਰਦੇ ਆ। ਆਪਾਂ ਕਿਉਂ ਨਹੀਂ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲਾਉਂਦੇ ਤਾਂ ਜੋ ਘੱਟੋ ਘੱਟ ਆਪਣਾ ਬੱਚਾ ਪੁੱਛੇ ਕਿ ਕੌਣ ਆ ਇਹ? ਭਗਤ ਸਿੰਘ ਦੀ ਫੋਟੋ ਲੱਗੀ ਹੈ, ਕੌਣ ਆ? ਇਹਨੇ ਕੀ ਕੀਤਾ ਸੀ? ਤੇ ਜਦੋਂ ਆਪਾਂ ਦੱਸਦੇ ਆ ਐਮਐਲਏ ਆ ਭਾਈ ਆਪਣੇ ਇਲਾਕੇ ਦਾ, 5 ਸਾਲਾਂ ਬਾਅਦ ਉਹ ਐਮਐਲਏ ਵੀ ਨਹੀਂ ਹੁੰਦਾ। ਪਰ ਅਸੀਂ ਫੋਟੋ ਲਾ ਕੇ ਫਿਰ ਨਵਾਂ ਹੁੰਦਾ ਉਹਦੇ ਨਾਲ ਖਿਚਾ ਲੈਂਦੇ ਆ। ਪਰ ਭਗਤ ਸਿੰਘ ਦੀ ਫੋਟੋ ਨਹੀਂ। ਅਸੀਂ ਕਿਉਂ ਨਹੀਂ ਸ਼ਲੋਕ ਲਾਉਂਦੇ ਜਿਹੜੇ ਸਾਨੂੰ ਗੁਰੂਆਂ ਨੇ ਸ਼ਲੋਕ ਦਿੱਤੇ ਆ ਗੁਰੂ ਗ੍ਰੰਥ ਸਾਹਿਬ ਚੋਂ? ਕਿਉਂ ਨਹੀਂ ਉਹ ਆਪਾਂ ਆਪਣੇ ਘਰਾਂ 'ਚ ਲਾਏ? ਅਸੀਂ ਕੀ ਲਾਤੀਆਂ? ਝੰਡੇ ਲਾਤੇ ਪਾਰਟੀਆਂ ਦੇ ਤੇ ਡਰਾਇੰਗ ਰੂਮਾਂ 'ਚ ਫੋਟੋਆਂ ਲਾਤੀਆਂ ਉਹਨਾਂ ਮੰਤਰੀਆਂ ਦੀ। ਆਪ ਮੁਲਾਜ਼ਮ ਵੀਰ ਖੜੇ ਆ ਕਿ ਜ਼ਰੂਰੀ ਨਹੀਂ ਹੁੰਦਾ ਸਾਰੇ ਇੱਕ ਬਰਾਬਰ ਹੋਣ। ਅਸੀਂ ਜਦੋਂ ਸਾਨੂੰ ਨਾਕੇ ਤੇ ਕੋਈ ਪੁਲਿਸ ਵਾਲਾ ਰੋਕਦਾ ਸਾਡੀ ਮਾਨਸਿਕਤਾ ਅਸੀਂ ਇੱਥੋਂ ਤੱਕ ਕਮਜ਼ੋਰ ਕਰਕੇ ਅਸੀਂ ਪਹਿਲੀ ਨੋਟ ਕੱਢਿਆ ਹੁੰਦਾ ਹੱਥ 'ਚ ਜਾਂ ਅਸੀਂ ਮੋਬਾਈਲ ਕੱਢਿਆ ਹੁੰਦਾ ਕਿ ਆਹ ਲੋ ਜੀ ਮੈਨੂੰ ਤਾਂ ਐਮਐਲਏ ਜਾਣਦਾ ਜਾਂ ਮੈਨੂੰ ਕੋਈ ਮੰਤਰੀ ਜਾਣਦਾ। ਹਾਲਾਂਕਿ ਉਹਨੇ ਤੁਹਾਡੇ ਤੋਂ ਪੈਸੇ ਮੰਗੇ ਹੀ ਨਹੀਂ। ਹੋ ਸਕਦਾ ਤੁਸੀਂ ਆਪਣੀ ਪ੍ਰੋਬਲਮ ਦੱਸੋ। ਪਹਿਲੀ ਗੱਲ ਤਾਂ ਕਾਗਜ਼ ਪੂਰੇ ਰੱਖੋ। ਤੁਸੀਂ ਆਪਣੀ ਪ੍ਰੋਬਲਮ ਦੱਸੋ ਕਿ ਭਾਈ ਮੇਰਾ ਫਲਾਣਾ ਬਿਮਾਰ ਹੈ ਜਾਂ ਕੋਈ ਜੈਨੂਇਨ ਪ੍ਰੋਬਲਮ ਦੱਸੋ, ਤੁਹਾਨੂੰ ਛੱਡ ਦੂੰਗਾ। ਸਾਨੂੰ ਬਹੁਤ ਵਾਰ ਪੁਲਿਸ ਵਾਲੇ ਰੋਕਦੇ ਆ, ਪਰ ਜਦੋਂ ਤਮੀਜ਼ ਨਾਲ ਗੱਲ ਕਰੋਗੇ, ਸਿਆਣੇ ਬਣ ਕੇ ਗੱਲ ਕਰੋਗੇ, ਇਹ ਮੁਲਾਜ਼ਮ ਆ, ਕੋਈ ਵੀ ਬੰਦਾ ਨਾ ਤਾਂ ਕਰਪਟ ਜੰਮਦਾ, ਉਹਨੂੰ ਸਿਸਟਮ ਬਣਾਉਂਦਾ। ਆਪਾਂ ਲੋਕ ਕਿਸੇ ਨੂੰ ਕਰਪਟ ਬਣਾਉਂਦੇ ਆ। ਆਪਾਂ ਲੋਕਾਂ ਨੇ ਹੀ ਇਹਨਾਂ ਮੰਤਰੀਆਂ ਨੂੰ, ਲੀਡਰਾਂ ਨੂੰ ਸਿਰ ਤੇ ਚਾੜਿਆ। ਇਹ ਆਪਾਂ ਬੋਤਲ, ਇੱਕ ਬੋਤਲ ਤੇ ਕੋਕ ਦੀ ਜਾਂ ਸ਼ਰਾਬ ਦੀ ਬੋਤਲ ਦੇ ਜਾਂ ਥੋੜੇ ਜਿਹੇ ਨਸ਼ੇ ਜਾਂ ਕੁਝ ਪੈਸਿਆਂ ਤੇ ਆਪਾਂ ਆਪਣੇ ਮੱਤ ਦਾ ਦਾਨ ਜਿਹਨੂੰ ਕਰਦੇ ਆ, ਵੋਟ ਵੇਚ ਦਿੰਦੇ ਆ। ਆਪਾਂ ਆਪਣਾ ਅਧਿਕਾਰ ਵੇਚ ਦਿੰਦੇ ਆ, ਉਹਨਾਂ ਨੂੰ ਦੇ ਦਿੰਦੇ ਆ। ਫਿਰ ਉਹ ਆਪਣੀ ਬੋਲੀ ਲਵਾਉਂਦੇ ਆ ਜਾ ਕੇ ਦਿੱਲੀ, ਫਿਰ ਉਹ ਆਪਣੇ ਆਪ ਨੂੰ ਵੇਚਦੇ ਆ ਜਾ ਕੇ ਦਿੱਲੀ। ਤਾਂ ਸਾਰਾ ਇਦਾਂ ਹੀ ਸਾਨੂੰ ਅੱਜ ਤੱਕ ਕਾਬਲ ਕੰਧਾਰ ਤੋਂ ਲੱਗ ਕੇ ਦਿੱਲੀ ਤੱਕ ਦਾ ਪੰਜਾਬ ਵੰਡਦੇ ਟੁੱਟਦੇ ਅੱਜ ਸਾਡੇ ਕੋਲ ਐਡਾ ਕੁ ਪੰਜਾਬ ਰਹਿ ਗਿਆ, ਉਹ ਵੀ ਖੂਨ ਨੂੰ ਬੰਦੇ। ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ। ਅਸੀਂ ਕੀ ਕਰਦੇ ਆ? ਜੇ ਕੋਈ ਸਧਾਰਨ ਬੰਦਾ
जे कोई सिंपल रहना चाहता तो आप कहना ना मलंग आ, ये पल्ले की आ। जे उन्हें सोहने कपड़े पाए ये 2 नंबर का काम करता है, दिन माड़े आए बेचू सब कुछ। आप दाती का तो एक पासे है ना, दुनिया के दोनों पासे दिंदे आ। आप किसी को किसी पासे जो नहीं देंगे। जे किसी ने गड्डी लै ली ये गया भाई बंदा, या 2 नंबर का काम करता। जे वो जो कोई 4 पैसे है पर सिंपल रहता मलंगा, इन्हों जिंदगी नहीं जीनी आती। सानू अपने आप को सिंपल सधारण करना पऊगा, साड़ी जिंदगी को सुखावा करना पऊगा, जो ये लीडर अपने अपन कमजोरियां आपा फायदा ना उठाओ। आप जी सुपने के बड़े बड़े ओनी होने तो बाहर जाके चादर तो बाहर पै के जो पैर पसारते हैं तो अपने स्वार्थ लिए आप वरतते हैं, फिर वो थोनों वरतते हैं। तो साडे हक साडी होंद नूं बेचते हैं, साडी उत्थे बोली लिआउंदे आ जिवें धीआं भैणां दी अबदाली लाउंदा सी, उवें साडी बोली लगदी है, साडी वोट दी बोली लगदी है। सानू ये समझना पैना। एक गल होर असीं कहने आ कि मैनू की मैं तो यार निरपक्ष हाँ, ना मैं चंगे च ना माड़े च, नहीं सोनू एक पक्ष लेना पैना। जेड़ा बंदा लीडरां दी चाटूकारी करदा जां उन्हें किते खड़ना, किते एमसी सरपंच खड़ना होगा, ओदा तां पता लगदा कि वो तगड़ी धिर वाल खड़ गया, जां उन्हें कोई 4 पैसे बनाने होणगे, कोई दारू पोकी बेचनी होनी है। पर आम लोग आपां कहंदे ने यार ना आपां चंगे च ना माड़े च, तुहानूं खड़ना पैना। तुहानूं घट्टो घट्ट असीं अपने आप वाली तां खड़ लईए। ਜਿਹੜਾ ਕਹਿੰਦਾ ਮੈਂ ਨਿਰਪੱਖ ਹਾਂ, ਮੈਂ ਉਹਨੂੰ ਬੁਜ਼ਦਲ ਬੰਦਾ ਕਹਿਣਾ। ਜਿਹੜਾ ਬੰਦਾ ਕਹਿੰਦਾ ਨਾ ਮੈਂ ਚੰਗੇ ਚ ਨਾ ਮਾੜੇ ਚ, ਉਹ ਸਭ ਤੋਂ ਬੁਜ਼ਦਲ ਦੋਗਲਾ ਬੰਦਾ। ਤੁਹਾਨੂੰ ਇੱਕ ਪੱਖ ਖੜਨਾ ਪੈਣਾ, ਜਾਂ ਤਾਂ ਚੋਰਾਂ ਨਾਲ ਖੜ ਜਾਓ ਜਾਂ ਸਾਹ ਨਾਲ ਖੜੋ, ਇੱਕ ਪਾਸੇ ਖੜੋ, ਡਟ ਕੇ ਖੜੋ। ਸਾਡੇ ਅੰਦਰ ਦਿਮਾਗ ਤੇ ਕੁਝ ਹੋਰ ਚੱਲਦਾ ਹੁੰਦਾ, ਦਿਲ ਚ ਕੁਝ ਹੋਰ ਚੱਲਦਾ ਹੁੰਦਾ। ਇਦਾਂ ਤਾਂ ਹੀ ਸਾਡਾ ਇਹ ਫਾਇਦਾ ਉਠਾਉਂਦੇ। ਆਪਣੇ ਆਪ ਨੂੰ ਅਸੀਂ ਜਿੰਨਾ ਸੁਖਾਵਾਂ ਕਰ ਲਾਂਗੇ ਤਾਂ ਬਚ ਜਾਾਂਗੇ। वैसे तुहानूं सारिआं नूं पता बिल की ने, मैनूं हाथ खड़ा करके कि पता है कि जो बोल रहे हैं या धरने लग रहे हैं क्यों लग रहे हैं, किन्ने क लोगों नूं पता? मोस्टली 60% नूं पता, पर 40% नूं हाले भी नहीं पता। इवें ही सारे पंजाब नूं हाले भी लगदा ये जट्टां दा काम है, जट्टां दा। उहदे च भी RSS या BJP उन्होंने सिखां दा मसला बनाया पिया है कि जिमींदारां दा नहीं भराओ। ये जिमींदारां दा मसला नहीं है, ये बिल्लां दे नाल सब तो पहला मजदूर वर्ग ने मरना, क्योंकि जिहड़े काम वास्ते आए पे ओहदी जानकारी होनी, तुहानूं बेसिक जानकारी होनी जरूरी है। क्योंकि साडे तां कल दिवाली लंघी आ, तां मैं एक पत्रकार देखदा सी कि वो लोकां नूं पुछ रहे सी कि तुहानूं दिवाली दा तां पता, बंदी छोड़ दिवस दा पता। मैनूं बहुत अफसोस होया ते शर्म वाली गल सी कि 50 या 60 साल के बजुर्ग चंडीगढ़ किसी मार्केट च कुड़ी पुछ रही सी, तो लोगों को बंदी छोड़ दिवस का नहीं पता। इत्थे पता किन्ने लोगों को पता है बंदी छोड़ दिवस? आप कल मनाया, हर साल मनाने, कितों कितों उम्र हो गई, बच्चे बंदे हर साल दिवाली पटाखे चलाने तक, मतलब सिर्फ भी पटाखे चलाने, वड्डियां नूं मच्छी खाली ते दारू पीनी, सरकारी बंदे नूं भी चल मैनूं कोई गिफ्ट आ जू। इदों ते सानूं पता ही नहीं कि बंदी छोड़ दिवस की। उवें सानूं ये बिल्लां दा लोगों नूं हाले है कि जट्टां दा काम आ, ये जिवें पिंडां दा मसला। सब तो पहला मजदूर मरूगा, क्योंकि इन्होंने जिहड़ी साडी फसल है, 3 बिल ने, कॉन्ट्रैक्ट फार्मिंग, समझौता व्यापारी नाल ते किसान नाल, एक जरूरी जिहड़ा अनाज है ओहदा भंडारी करना, अनलिमिटेड जिन्ना मर्जी वो भंडार जमा कर सकते हैं, कोई उन्होंने रोकूगा नहीं। एक उन्होंने कहा एक देश एक मंडी, कॉन्ट्रैक्ट फार्मिंग दे नाल। ਉਹਦੇ ਚ ਕੀ ਆ, ਇਹਨਾਂ ਨੇ ਜਿਹੜਾ ਵੱਡੇ ਵੱਡੇ ਸ਼ੈਲੋ ਬਣਾ ਲਿਆ, ਜਿਵੇਂ ਮੋਗੇ ਬਣਾ ਲਿਆ, ਖੰਨੇ ਬਣਾ ਲਿਆ, ਉਹਦੇ ਚ 1 ਲੱਖ ਮੈਟ੍ਰਿਕ ਟਨ, 1 ਮੈਟ੍ਰਿਕ ਟਨ ਦੇ ਵਿੱਚ 10 ਲੱਖ 20 ਲੱਖ ਕਹਿੰਦੇ ਬੋਰੀ ਆਉਂਦੀ ਆ। 1 ਲੱਖ 3 ਲੱਖ ਮੈਟ੍ਰਿਕ ਟਨ ਕੇ ਪਤਾ ਨਹੀਂ ਕਿੰਨੇ ਕਿੰਨੇ ਕਰੋੜ ਬੋਰੀ, ਔਰ ਉਹਦੇ ਤੇ ਬੰਦੇ ਕਿੰਨੇ ਕੰਮ ਕਰਨਗੇ? 10। ਸਾਰਾ ਮਸ਼ੀਨੀ ਕੰਮ ਹੈ। ट्राली सीधी जाऊगी, कंडा होगा ट्राली का, थोड़ा अनाज गया उतो बोरियां ऑटोमैटिकली, वो भी 10 बंदे भी टाइयां वाले आ, सिर्फ उन्होंने लिफ्ट पड़त करने वाले, तो उत्थे मजदूर की लोड़ ही नहीं। क्योंकि ये कह रहे हैं कि नहीं जे सरकारी मंडियां बंद हो जाएंगियां तां असीं प्राइवेट च काम कर लांगे, मजदूर ने मजदूरी करनी है, पर नहीं, उन्होंने मजदूर की लोड़ ही नहीं।
उस तो बाद दूजे नंबर ते मरना छोटा दुकानदार। छोटा दुकानदार जिवें अपने करियाना स्टोर ने पिंडां च ला लो, छोटियां मंडियां च मोस्टली अपने पंजाब दी मंडियां ने, गोगा मंडी, पाकड़ा मंडी, घग्गा मंडी, समाणा मंडी, उन्हां मंडियां नूं उन्हां ने खत्म कर देना। छोटा व्यापारी किवें अंबानियां अंडानियां ने थोड़ा अनाज खरीदना, जिन्ने भी अनाज है कणक, चौल, छोले, दालां, सब्जियां, उन्होंने की करना जिवें बाहरले देशों च बाहर ये फार्मूला फेल होया, जिवें बाहर डॉलर स्टोर ने, बड़े बड़े मॉल ने, उन्होंने थोड़े अपने इत्थे मॉल बना देने हैं। जमीनों चो फसल आप खरीद के आप ही बेचनी है। जिवें साडे तो 2 रुपए की खरीदते हैं छल्ली, तो तुसी किसी भी रिलायंस के स्टोर से चल जाओ, ईजी वे से चल जाओ, तुहानूं 80 रुपए की लगी हुई है। ਉਹੀ छल्ली ਉਹਦੇ ਉੱਤੇ लिफाफा चाढ़िया, मोमी लिफाफा जिन्होंने कह देने तो 80 रुपए की दे रहे हैं। उवें थोड़ियां फसलां खरीद के अपने स्टोरां च बेचनी है। उस करियाना स्टोर ते कणक, दाल, सब्जियां, थोड़ी जो भी जरूरी वस्तां वो विकण वास्ते नहीं आउणियां, ते ਜਿਹੜੀਆਂ ਉਹਨਾਂ ਦੇ ਡੱਬਿਆਂ 'ਚ ਪਈਆਂ ਉਹਦੇ ਤੇ ਲੋਗੋ ਲੱਗੇ ਹੋਏ ਸ਼ੀਸ਼ੇ 'ਚ ਪਈਆਂ ਰਹਿਣੀਆਂ, ਉਹਨਾਂ ਨੂੰ ਉੱਲੀ ਲੱਗ ਜਾਣੀਆਂ, ਕਿਉਂਕਿ ਅੱਗੇ ਨਵਾਂ ਅਨਾਜ ਆਉਣਾ ਹੀ ਨਹੀਂ। ਉਹਨਾਂ ਨੇ ਕਹਿਣਾ ਜ਼ਿਮੀਂਦਾਰ ਤੋਂ ਖਰੀਦ ਕੇ, ਜ਼ਿਮੀਂਦਾਰ ਨੂੰ ਕਹਿਣਾ ਤੂੰ ਸਾਡੇ ਤੋਂ ਖਰੀਦ, ਤੈਨੂੰ 10% ਡਿਸਕਾਊਂਟ ਦੇਵਾਂਗੇ। ਤੁਹਾਡੀ ਮਜਬੂਰੀ ਬਣਾ ਦੇਣਾ ਸਟੋਰ ਤੋਂ ਖਰੀਦਣ ਦੀ, ਔਰ ਦੁਕਾਨਾਂ ਤੱਕ ਉਹਨਾਂ ਨੇ ਵੇਚਣ ਨਹੀਂ ਦੇਣਾ ਹੀ ਨਹੀਂ। ਜਦੋਂ ਸਪਲਾਈ ਨਹੀਂ ਹੋਗੀ ਤਾਂ ਡਿਮਾਂਡ ਉਹ ਵੇਚੂਗਾ ਵੀ ਕੀ, ਜਿਹਦੇ ਕੋਲ ਹੋਊਗਾ ਨਹੀਂ। ਤੇ ਅਨਲਿਮਟਿਡ ਜਮਾ ਕਰ ਸਕਦੇ ਹੋ, ਅਨਲਿਮਟਿਡ। ਉਹਦੇ ਚ ਤੀਜਾ ਵਰਗ ਕੌਣ ਮਰੂਗਾ? ਬਟ ਉਸ ਤੋਂ ਵੱਡਾ ਵਪਾਰੀ ਤੇ ਆਮ ਲੋਕ, ਜਿਨ੍ਹਾਂ ਨੇ ਜਿਹੜੇ ਕੰਜ਼ਿਊਮਰ ਆਪਾਂ, ਜਿਹੜੇ ਆਪਾਂ ਖਰੀਦਦੇ ਆ, ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਖਰੀਦ ਕੇ ਸਟਾਕ ਰੋਕ ਲੈਣਾ, ਫਿਰ ਆਪਣੀ ਮਰਜ਼ੀ ਨਾਲ ਰੇਟ ਆਪਣੀ ਮਰਜ਼ੀ ਦੇ ਲਾ ਕੇ ਵੇਚਣੇ ਆ। ਜ਼ਿਮੀਂਦਾਰ ਤਾਂ ਚੌਥੇ ਨੰਬਰ ਤੇ ਆਊਗਾ। ਸਾਡਾ ਕੀ ਆ? ਜੱਟ ਬੰਦੇ ਦਾ ਕੀ ਆ? ਅੱਜ ਇੱਥੇ 2 ਚਵਾਰੇ ਆ, ਇੱਥੇ 1 ਮੰਜ਼ਲੀ ਕੋਠੀ ਪੈ ਜੂਗੀ, ਜਿੱਥੇ ਜੌਂਡੀਅਰ ਟਰੈਕਟਰ ਆ ਉੱਥੇ ਆਸ਼ਾ ਆ ਜਾਊਗਾ, ਜਿੱਥੇ ਬੰਦਾ ਏਸੀ 'ਚ ਸੌਂਦਾ ਉੱਥੇ ਪੱਖੇ 'ਚ ਸੌਂ ਜਾਊਗਾ। ਜ਼ਿੰਦਗੀ ਸਿੰਪਲ ਕਰਨੀ ਪੈ ਜੂਗੀ, ਪਰ ਮਜ਼ਦੂਰ ਔਰ ਵਪਾਰੀ ਬਿਲਕੁਲ ਮਰ ਜਾਊਗਾ, ਕਿਉਂਕਿ ਉਹਦੇ ਕੋਲ ਇੱਕ ਆਨੇ ਦੀ ਵੀ ਕਮਾਈ ਦਾ ਸਾਧਨ ਨਹੀਂ ਰਹੇਗਾ। ਫਿਰ ਸਾਨੂੰ ਗੁਲਾਮ ਬਣਾਉਣਗੇ, ਫਿਰ ਸਾਡੀ ਹੋਂਦ, ਫਿਰ ਆਪਣੀ ਚਮਦੀਆਂ ਚਲਾਉਣਗੇ। ਸਾਡੇ ਤਾਂ ਰਿਸ਼ਤੇ ਵੀ ਜ਼ਮੀਨਾਂ ਦੇਖ ਕੇ ਹੁੰਦੇ ਆ, ਕਿੱਲਿਆਂ ਦੇ ਰਿਸ਼ਤੇ ਹੁੰਦੇ ਆ, ਕਿੱਲਿਆਂ ਦੀ ਵੈਲਿਊ ਖਤਮ ਕਰ ਦੇਣੀ ਆ। ਇਹ ਲੜਾਈ ਹੈ ਆਪਣੇ ਨਾਲ ਦਿਆਂ ਨੂੰ, ਕਰਿਆਨੇ ਵਾਲੇ ਨੂੰ ਸਮਝਾਓ ਕਿ ਭਰਾਵਾ ਤੂੰ ਮਰਨਾ ਸਭ ਤੋਂ ਪਹਿਲਾਂ, ਮਜ਼ਦੂਰ ਨੂੰ ਸਮਝਾਓ ਕਿ ਤੂੰ ਮਰਨਾ ਪਹਿਲਾਂ। ਕਿਸੇ ਨੇ ਵੀ, ਬੀਬੀਆਂ ਨੇ ਵੀ, ਆਪਾਂ ਡਿਮਾਂਡ ਕਰ ਦਿੰਦੇ ਆ ਵੀ ਮੇਰੇ ਭਰਾ ਦਾ ਵਿਆਹ, ਸੂਟ ਲੈਣਾ ਮੈਂ ਸਿਲਕ ਦਾ ਜਾਂ ਕਿਸੇ ਦਾ ਵੀ। ਜਦੋਂ ਕਮਾਈ ਨਹੀਂ ਰਹੂਗਾ ਕਿ ਕਿਹੜੇ ਸੂਟ ਤੇ ਕਿਹੜੀਆਂ ਜੁੱਤੀਆਂ, ਸਿਰਫ ਸਰਕਾਰਾਂ ਦੀਆਂ ਖਾਣ ਨੂੰ ਮਿਲਣੀਆਂ ਨੇ, ਸਿਰਾਂ 'ਚ ਪਾਉਣ ਨੂੰ ਨਹੀਂ ਮਿਲਣੀਆਂ। ਸੋ ਕਹਿੰਦਾ ਪੈ ਗਿਆ ਵਕਤ ਹਾਂ ਪੰਜਾਬੀ ਉੱਤੇ ਭਾਰੀ, ਬਜ਼ੁਰਗਾਂ ਨੇ ਬਹੁਤ ਕੀਤਾ ਆਪਣੀ ਇਹ ਵਾਰੀ। ਮਾਰ ਕੇ ਜ਼ਮੀਰਾ ਕਿਵੇਂ ਮਿਲ ਜੂਗਾ ਚੈਨ, ਉੱਠਿਆ ਬਗੈਰ ਨਹੀਂ ਹੁਣ ਕੋਈ ਚਾਰਾ। ਮੌਤ ਤਾਂ ਪੱਕੀ ਏ ਪੱਕਾ ਮਰਨਾ ਯਾਰਾ, ਮਰੀਏ ਹੱਕਾਂ ਦੀ ਹੋਊ ਵੱਖਰਾ ਨਜ਼ਾਰਾ। ਮੌਤ ਤਾਂ ਪੱਕੀ ਏ ਪੱਕਾ ਮਰਨਾ ਯਾਰਾ, ਮਰੀਏ ਹੱਕਾਂ ਦੀ ਹੋਊ ਵੱਖਰਾ ਨਜ਼ਾਰਾ। ਉਹ ਫੂਕਣੀ ਪਰਾਈ ਬਿਲ ਰੱਦ ਕਰਵਾਉਣੇ, ਆਓ ਕਰਨੇ ਤੇ ਚੱਲੀਏ। ਮੀਡੀਆ ਤਾਂ ਬੈਠਾ ਯਾਰੋ ਮੋਦੀ ਦੀ ਗੋਦੀ 'ਚ, ਹਿੱਕ ਵਾਲੇ ਜ਼ੋਰ ਨਾ ਸੁਨੇਹੇ ਕਲੀਏ। ਮੀਡੀਆ ਜਿਹੜਾ ਸੈਂਟਰ ਦਾ, ਇੰਨੀ ਬੇਸ਼ਰਮੀ ਦੀ ਗੱਲ ਆ। ਮੀਡੀਆ ਸੈਂਟਰ ਦੇ ਲਈ ਕਿਸਾਨ ਜਥੇਬੰਦੀਆਂ 2 ਵਾਰ ਦਿੱਲੀ ਗਈਆਂ, ਚਲੋ ਇੱਥੇ ਨਹੀਂ ਆਉਂਦੇ ਪੰਜਾਬ 'ਚ, ਉੱਥੇ ਦਿੱਲੀ ਗਏ ਆ, ਉੱਥੇ ਦਾ ਖਬਰ ਲਾ ਦੋ। ਪਰ ਬਹੁਤ ਮਤਲਬ ਇੰਨਾ ਕਿ ਧੱਕਾ ਪੰਜਾਬ ਨਾਲ ਕਿ ਮੀਡੀਆ ਵੀ ਉੱਥੇ ਵੀ ਨਹੀਂ ਦਿਖਾ ਰਹੇ। ਮੀਡੀਆ ਦਾ ਬੈਠਾ ਯਾਰੋ ਮੋਦੀ ਦੀ ਗੋਦੀ 'ਚ, ਹਿੱਕ ਵਾਲੇ ਜ਼ੋਰ ਨਾ ਸੁਨੇਹੇ ਕਲੀਏ। ਸੈਨਪੁਰੀ ਇਕਬਾਲ ਗੱਲ ਕਰਦੀ, ਸਮਝਦਾਰਾਂ ਦੀ ਹੁੰਦਾ ਇੱਕੋ ਇਹ ਇਸ਼ਾਰਾ। ਮੌਤ ਤਾਂ ਪੱਕੀ ਏ ਪੱਕਾ ਮਰਨਾ ਯਾਰਾ, ਮਰੀਏ ਹੱਕਾਂ ਦੀ ਹੋਊ ਵੱਖਰਾ ਨਜ਼ਾਰਾ। ਮੌਤ ਤਾਂ ਪੱਕੀ ਏ ਪੱਕਾ ਮਰਨਾ ਯਾਰਾ, ਮਰੀਏ ਹੱਕਾਂ ਦੀ ਹੋਊ ਵੱਖਰਾ ਨਜ਼ਾਰਾ। ਸੋ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਣਾ। ਜੇ ਹੁਣ ਨਹੀਂ ਲੜਾਂਗੇ ਫਿਰ ਸਾਡੇ ਕੋਲ ਲੜਨ ਜੋਗਾ ਕੋਈ ਰਾਹ ਹੀ ਨਹੀਂ ਰਹਿਣਾ, ਕਿਉਂਕਿ ਸਾਨੂੰ ਆਰਥਿਕ ਤੌਰ ਤੇ ਸਾਡੀ ਢਿੱਡ ਤੇ ਸਿੱਧੀ ਢਿੱਡ ਤੇ ਲਾਤਾ। ਜੇ ਬੰਦਾ ਭੁੱਖਾ ਲੜਾਈ ਨਹੀਂ ਲੜ ਸਕਦਾ। ਇਹ ਹੁਣ ਸਾਨੂੰ ਆਰਥਿਕ ਤੌਰ ਤੇ ਮਾਰ ਕੇ ਸਾਨੂੰ
ਦੁਬਾਰਾ ਗੁਲਾਮ ਬਣਾਉਣਾ ਚਾਹੁੰਦੇ ਆ। ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ 200 ਸਾਲ ਗੋਰੇ ਰਾਜ ਕਰਕੇ, ਉਵੇਂ ਇਹ ਪ੍ਰਾਈਵੇਟ ਲਿਆ ਕੇ ਕੰਪਨੀਆਂ ਸਾਰੀਆਂ ਸਾਨੂੰ ਦੁਬਾਰਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ। ਪਰ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬ ਖੜਾ ਇਕੱਲਾ। ਜਿਹੜੇ ਕਹਿੰਦੇ ਸੀ ਕਿ ਨਸ਼ਿਆਂ 'ਚ ਪੰਜਾਬ ਖਤਮ ਕਰਤਾ, ਬਾਹਰ ਚਲੀ ਗਈ ਜਵਾਨੀ, ਪਰ ਉਹ ਖੜੇ ਆ ਅੱਜ ਲੜਦੇ ਆ। ਅੱਜ ਨੌਜਵਾਨੀ ਧਰਨਿਆਂ 'ਚ ਆ। ਲਾਸਟ ਈਅਰ ਜਦੋਂ ਹੜ੍ਹ ਆਇਆ, ਜਦੋਂ ਕਹਿੰਦੇ ਸੀ ਕਿ ਨਸ਼ਿਆਂ 'ਚ ਮਰ ਗਿਆ ਪੰਜਾਬ, ਇਸੇ ਨੌਜਵਾਨਾਂ ਨੇ ਬੋਰੀਆਂ ਮਿੱਟੀ ਦੀਆਂ ਭਰ ਬੰਨ ਬੋਰੀਆਂ ਨਾਲ ਲਾਤੇ ਸੀ। ਪੰਜਾਬ ਦੀ ਜਵਾਨੀ, ਪੰਜਾਬ ਦਾ DNA ਇੰਨਾ ਕਮਜ਼ੋਰ ਨਹੀਂ ਕਿ ਸਿਰੰਜ ਖਤਮ ਕਰ ਦੇ। ਬਸ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਸਾਨੂੰ ਇਕੱਠੇ ਰਹਿਣਾ ਪੈਣਾ। ਜਿੰਨਾ ਚਿਰ ਅਸੀਂ ਇਕੱਠੇ ਰਵਾਂਗੇ, ਇੱਕ ਮੁੱਠੀ 'ਚ ਰਵਾਂਗੇ, ਸਾਨੂੰ ਕੋਈ ਨਹੀਂ ਹਰਾ ਸਕੂਗਾ। ਜੇ ਅਸੀਂ ਇਹਨਾਂ ਪਾਰਟੀਆਂ ਬਾਜ਼ੀਆਂ 'ਚ, ਇਹਨਾਂ ਜਿਵੇਂ ਬਾਈ ਲੱਖੇ ਨੇ ਕਿਹਾ ਡੇਰਾਵਾਦ 'ਚ, ਇਹਨਾਂ 'ਚ ਵੰਡੇ ਰਹੇ ਤਾਂ ਫਿਰ ਸਾਨੂੰ ਅਸੀਂ ਲੜਾਈ ਨਹੀਂ ਜਿੱਤ ਸਕਦੇ। ਇਹ ਡੇਰਾਵਾਦ ਵੀ ਸਰਕਾਰਾਂ ਦੇ ਪੈਦਾ ਕੀਤੇ ਹੋਇਆ, ਕਿਉਂਕਿ ਇਹਨਾਂ ਨੂੰ ਘਰ ਘਰ ਵੋਟਾਂ ਮੰਗਣ ਜਾਣਾ ਪੈਂਦਾ। ਕਿੱਥੇ ਇੱਕ ਬਾਬੇ ਨੂੰ ਕਹਿਣਾ ਕਿ ਬਾਈ ਕਹਿ ਦੀ ਮੜਾ ਜਾ, ਤਾਂ ਬਾਬੇ ਨੇ ਬਸ ਜਪਨਾਮ, ਆਸ਼ਰਮ ਦੀ ਗਲੀ ਹੋਣੀ ਨਵੇਂ ਮੁੰਡਿਆਂ ਨੇ ਵੈਬ ਸੀਰੀਜ਼, ਫਿਰ ਜਪਨਾਮ ਕਰਾ ਦਿੰਦੇ ਆ ਭਾਈ, ਲੱਡੂ ਦਾ ਪ੍ਰਸ਼ਾਦ ਦੇ ਕੇ। ਕਿਉਂਕਿ ਪਿੰਡ ਪਿੰਡ ਜਾਣ ਨਾਲੋਂ ਪੰਜਾਬ ਦੇ 10 ਡੇਰਿਆਂ ਤੇ ਜਾਓ ਤਾਂ ਸਰਕਾਰ ਬਣ ਜਾਣੀ ਹੈ। ਸੋ ਇਹ ਸਰਕਾਰਾਂ ਦੀਆਂ ਚਲਾਕੀਆਂ ਨੂੰ ਸਮਝਣਾ ਪੈਣਾ, ਆਪਣੇ ਆਪ ਨੂੰ ਐਜੂਕੇਟ ਕਰਨਾ ਪੈਣਾ। ਇਹ ਨਾ ਦੇਖੋ ਕਿ ਜਿਹੜੇ ਆਪਣੇ ਲੋਕ ਬਾਹਰ ਜਾਂਦੇ ਆ, ਕੋਈ ਇਸੇ ਕਰਕੇ ਨਹੀਂ ਬਾਹਰ ਜਾਂਦਾ ਕਿ ਇੱਥੇ ਕੁਝ ਵੀ ਨਹੀਂ ਹੈਗਾ। ਅਸੀਂ ਬਾਹਰ ਕਿਉਂ ਜਾਂਦੇ ਆ? ਆ ਗਵਾਂਢੀ ਨੇ ਕੋਠੀ ਪਾਲੀ ਵੱਡੀ, ਸਾਡੇ ਵਾਲੇ ਤਾਂ ਯਾਰ ਹਲੇ ਰੰਗ ਨਹੀਂ ਹੋਇਆ, ਸਾਡਾ ਮੁੰਡਾ ਇਹਨਾਂ ਦਾ ਮੁੰਡਾ ਬਾਹਰ ਹੈ, ਸਾਡਾ ਵੀ ਬਾਹਰ ਭੇਜਣਾ। ਆਪਾਂ ਦੂਜੇ ਨੂੰ ਸੁਖੀ ਦੇਖ ਕੇ ਆਪਣੇ ਆਪ ਨੂੰ ਦੁਖੀ ਕਰ ਰਹੇ ਹਾਂ। ਦੂਜਾ ਸੁਖੀ ਆ ਯਾਰ, ਆਪਣੀ ਲੈਣ ਉਦੋਂ ਵੱਡੀ ਕਰ ਲੋ, ਇੱਥੇ ਕਰ ਲੋ। ਮੈਂ ਖੁਦ ਕੈਨੇਡਾ ਤੋਂ ਵਾਪਸ ਆਇਆ, 2015 ਚ ਚੱਲ ਗਿਆ ਸੀ, ਛੱਡ ਕੇ ਆਇਆ, ਬੱਚੇ ਵੀ ਲੈ ਕੇ ਆਇਆ, PR ਪੂਰ ਸਭ ਕੁਝ ਕੈਂਸਲ ਕਰਕੇ ਆਇਆ, ਇੰਡੀਅਨ ਪਾਸਪੋਰਟ ਤੇ ਆਇਆ ਵਾਪਸ, ਤੇ ਨਾ ਹੀ ਜਾਣਾ। ਤੁਹਾਨੂੰ ਤੁਸੀਂ ਲੋਕ ਕਹਿੰਦੇ ਤੁਹਾਨੂੰ ਲੀਡਰ ਜੁੱਤੀਆਂ ਮਾਰਦੇ, ਆਪਾਂ ਜੁੱਤੀਆਂ ਜ਼ਰੂਰ ਖਾਣੀਆਂ, ਆਪਾਂ ਮਾਰਨ ਵਾਲੇ ਕਿਉਂ ਨਹੀਂ ਹੁੰਦੇ? ਆਪਾਂ ਮਾਰਨ ਵਾਲੇ ਉਦੋਂ ਹੋਵਾਂਗੇ ਜਦੋਂ ਬਾਹ ਫੜ ਕੇ ਸਵਾਲ ਪੁੱਛਾਂਗੇ, ਭਾਈ ਦੱਸ ਆ 10 ਤੋਂ ਨੌਕਰੀਆਂ ਦੀ ਗੱਲ ਕੀਤੀ ਸੀ 10, ਪਰ ਨਾਲ ਦੀ ਨਾਲ ਪਤਾ ਕੀ ਹੁੰਦਾ, ਸਵਾਲ ਤਾਂ ਪੁੱਛਣਾ ਚਾਹੁੰਦੇ ਹੁੰਦੇ ਆ ਲੋਕ, ਯੂਥ ਵੀ ਪੁੱਛਣਾ ਚਾਹੁੰਦਾ, ਬਾਬਾ ਵੀ ਪੁੱਛਣਾ ਚਾਹੁੰਦਾ ਹੁੰਦਾ। ਜਿਹੜੇ ਨਾਲ ਚਮਚੇ ਨਹੀਂ ਹੁੰਦੇ, ਚਾਟੂ ਕਰ ਚਮਚੇ, ਉਹ ਜਥੇਦਾਰ ਜਿਹੜੇ ਨਕਲੀ, ਉਹ ਨਾ ਕੋਈ ਨਹੀਂ ਮੰਤਰੀ ਸਾਹਿਬ, ਕੋਈ ਨਹੀਂ ਕੋਈ ਕਾਕਾ ਪੁੱਛ ਲਈ, ਬਾਤ ਪੁੱਛ ਲਈ, ਪਹਿਲਾਂ ਤਾਂ ਉਹਨੇ ਠੁੱਡ ਮਾਰੋ ਕਿ ਤੂੰ ਢੇਕਾ ਲਾਇਆ, ਉਹਨੂੰ ਪਤਾ ਨਹੀਂ ਆਪਣੀ ਕੀ ਫੋਟੋ ਹੀ ਲਾਉਣੀ ਹੁੰਦੀ ਹੈ ਡਰਾਇੰਗ ਰੂਮ 'ਚ, ਹੋਰ ਉਹਦੇ ਪੱਲੇ ਥੱਲੇ ਕੁਝ ਨਹੀਂ ਹੁੰਦਾ। ਇਹ ਰੋਜ਼ ਲੈਣੇ ਆ ਲੋਕਾਂ 'ਚ, ਉਹੀ ਨਹੀਂ ਸਵਾਲ ਪੁੱਛਣ ਦਾ। ਸਵਾਲ ਪੁੱਛੋ। ਜਿੱਦਣ ਤੁਸੀਂ ਸਵਾਲ ਪੁੱਛਣ ਲੱਗੇ, ਬਿਹਾਰ ਦੇ ਲੋਕ ਜਾਂ ਕੇਰਲਾ ਦੇ ਲੋਕ ਸਭ ਤੋਂ ਵੱਧ ਪੜ੍ਹੇ ਲਿਖੇ ਆ, ਉਹ ਸਵਾਲ ਪੁੱਛਦੇ ਆ, ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ, ਤਾਂ ਹੀ ਉੱਥੇ ਦੇਖ ਲਿਓ ਤੁਸੀਂ FIR ਵੱਧ ਹੁੰਦੀਆਂ ਨੇ, ਆਪਦੇ ਹੱਕ ਲਈ ਮਿੰਟ 'ਚ FIR ਕਰਾਉਂਦੇ ਆ। ਸਾਡੇ ਨਹੀਂ, ਸਾਡਾ ਤਾਂ ਜੇ ਕੋਈ FIR ਕਰਾ ਵੀ ਆਵੇ, ਪਿੱਛੋਂ ਕਰਾ ਕੇ MLA ਤੋਂ ਫੋਨ ਸਰਪੰਚ ਦੇ ਡਰਾਇੰਗ ਰੂਮ 'ਚ ਦੇ ਕੇ 50-60 ਹਜ਼ਾਰ ਰੁਪਏ ਦੇ ਲੈਣ ਦੇਣ ਹੋ ਜਾਂਦੇ। ਸਾਨੂੰ ਇਹਨਾਂ ਚੀਜ਼ਾਂ 'ਚੋਂ ਨਿਕਲਣਾ ਪੈਣਾ। ਜੇ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਪੈਣਾ, ਆਪਣੇ ਬੱਚਿਆਂ ਦੇ ਦਿਮਾਗ 'ਚੋਂ ਕੋਠੀਆਂ, ਗੱਡੀਆਂ, ਕਾਰਾਂ ਤੇ ਬਾਹਰ ਕੱਢਣਾ ਪੈਣਾ। ਸਾਡੇ ਬੱਚੇ ਆ ਮੁੰਡੇ ਬੈਠੇ ਆ, ਕੋਈ ਵੀ ਬਾਹ ਖੜੀ ਕਰਕੇ ਕਹਿ ਦੇ, ਸਾਡੇ ਅੱਜ ਸੱਥ 'ਚ ਗੱਲ ਕੀ ਹੁੰਦੀ ਆ, 4 ਮੁੰਡੇ ਕਿਤੇ ਬੈਠੇ ਆ, ਤੇਰੇ ਕੋਲ ਮੋਬਾਈਲ ਕਿਹੜਾ, ਇਹਨੇ ਜੈਕਟ ਕਿਹੜੀ ਪਾਈ ਆ, ਇਹਨੇ ਐਨਕ ਕਿਹੜੀ ਲਾਈ ਆ, ਤੇਰੇ ਕੋਲ ਗੱਡੀ ਕਿਹੜੀ ਆ। ਗੱਡੀ ਆਉਣ ਵਾਲੇ 10 ਸਾਲ ਵੀ ਪਤਾ ਹੁੰਦਾ ਵੀ ਅਲਟੋ ਨਹੀਂ ਲਈ ਜਾਣੀ, ਪਰ ਗੱਲ ਫੋਰਚੂਨਰ ਦੀ ਕਰਦਾ ਹੋਊਗਾ ਮਹਿਫਲ 'ਚ। ਸਾਡੀ ਮਾਨਸਿਕਤਾ ਇੱਥੋਂ ਤੱਕ ਕਮਜ਼ੋਰ ਕਰਤੀ, ਸਾਨੂੰ ਇਸ ਤੋਂ ਉੱਤੇ ਨਹੀਂ ਨਿਕਲ ਦਿੰਦੇ। ਜਦੋਂ ਚੰਡੀਗੜ੍ਹ ਦੇ ਵਿੱਚ ਜਦੋਂ ਜ਼ਮੀਨਾਂ ਮਹਿੰਗੀਆਂ ਹੋਈਆਂ ਨਾ, ਜਦੋਂ ਅੱਜ ਤੋਂ 2012-11 ਦੀ ਗੱਲ ਆ, ਤਾਂ ਉੱਥੇ 5-5 ਕਰੋੜ ਦਾ ਕਿੱਲਾ ਵਿਕਿਆ ਭਰਾਓ। ਹੁਣ ਜ਼ਿਮੀਂਦਾਰ ਕੋਲ ਪੈਸਾ ਆ ਗਿਆ, ਉਹਨੇ ਕੀ ਕਹਿਣਾ ਸੀ, ਬਾਹਰ ਜਾ ਕੇ ਜ਼ਮੀਨ ਲੈਂਦਾ, ਕੋਈ 50-60 ਕਿੱਲੇ ਖਰੀਦਦਾ, ਜਾਂ ਕੋਈ 70 ਕਿੱਲੇ, ਕੋਈ 20-25 ਕਿੱਲੇ ਖਰੀਦਦਾ, ਇੱਕ ਘਰ ਲੈਂਦਾ, ਆਪਣੀ ਜ਼ਿੰਦਗੀ ਸੁਖਾਵੀਂ ਕਰਦਾ। ਪਰ ਇਹਨਾਂ ਕੰਪਨੀਆਂ ਨੇ, ਇਹਨਾਂ ਨੇ ਉੱਥੇ ਕਿਵੇਂ ਮਾਰਿਆ, ਪਹਿਲਾਂ ਤੇ ਉਸੇ ਕਿੱਲੇ, ਇੱਕ ਕਿੱਲਾ 5 ਕਰੋੜ ਦਾ ਖਰੀਦ ਕੇ ਉੱਥੇ 500 ਫਲੈਟ ਬਣਾਇਆ। ਸਾਡੇ ਤੋਂ 5 ਕਰੋੜ ਦਾ ਕਿੱਲਾ ਖਰੀਦ ਕੇ 500 ਫਲੈਟ ਬਣਾ ਕੇ, ਇੱਕ ਫਲੈਟ ਕਰੋੜ ਰੁਪਏ ਦਾ ਵੇਚਿਆ, 500 ਕਰੋੜ ਰੁਪਏ ਇੱਕ ਕਿੱਲੇ 'ਚੋਂ ਬਣਾ ਗਿਆ। 5 ਕਰੋੜ ਦਾ ਕਿੱਲਾ ਖਰੀਦ ਕੇ 500 ਕਰੋੜ ਬਣਾ ਗਿਆ। ਉਸ ਤੋਂ ਬਾਅਦ ਜਿਹੜਾ 5 ਕਰੋੜ ਸਾਨੂੰ ਦਿੱਤਾ ਸੀ, ਉਹਦੇ ਵਾਸਤੇ ਉਸੇ ਹੀ ਕਿੱਲੇ ਦੇ ਵਿੱਚ ਲਿਆ ਕੇ ਕੰਪਨੀਆਂ ਲਿਆਤੀਆਂ। ਕੰਪਨੀਆਂ ਕਿਹੜੀਆਂ? ਆ ਜੀ BMW, ਆ ਆਡੀ ਕੰਪਨੀ, ਆ ਸਕੋਡਾ,
ਸਾਡੇ ਜਵਾਕਾਂ ਨੂੰ ਨਾਲ ਦੀ ਨਾਲ ਇੱਕ ਭਰਾ ਨੇ ਆਡੀ ਕਢਾ ਲਈ, ਇੱਕ ਨੇ ਫੋਰਚੂਨਰ ਕਢਾ ਲਈ, ਬਾਪੂ ਨੂੰ ਬਰੀਜਾ ਲੈ ਕੇ ਦੇਤੀ। 5 ਸਾਲਾਂ ਬਾਅਦ ਗੱਡੀਆਂ ਕਬਾੜ ਹੋ ਗਈਆਂ। ਉਹੀ ਮੁੰਡੇ ਉਹੀ ਬਾਪੂ ਅੱਜ ਫਿਰ ਸਾਈਕਲ ਤੇ ਆ ਚੰਡੀਗੜ੍ਹ ਦੇ ਆਲੇ ਦੁਆਲੇ ਜਾ ਕੇ ਬੈਠੇ। ਮੁੰਡਾ ਰਹਿੰਦਾ ਖੁਦਾ ਜਿਹੜੇ 4 ਪੈਸੇ ਸੀ ਉਹ ਚਿੱਟੇ ਤੇ ਲਾਤਾ। 11-12 ਚ ਚਿੱਟਾ ਸਭ ਤੋਂ ਵੱਧ ਆਇਆ ਚੰਡੀਗੜ੍ਹ ਚ, ਪੰਜਾਬ ਦੇਖ ਲਿਓ। ਇਹ ਸਾਜ਼ਿਸ਼ਾਂ ਹੁਣ ਵੀ ਨਹੀਂ ਕਰਨਗੇ। ਜੇ ਤੁਹਾਡੇ ਤੋਂ ਜ਼ਮੀਨਾਂ ਖੋਲੀਆਂ, ਇੱਕ ਵਾਰ ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਹੋਣਗੀਆਂ, ਫਸਲ ਵੱਧ ਆਊਗੀ, ਫਿਰ ਉਹ ਪੈਸਾ ਤੁਹਾਨੂੰ ਇਹਨਾਂ ਨੇ ਬਿਜ਼ਨਸ 'ਚ ਕਨਵਰਟ ਨਹੀਂ ਹੋਣ ਦੇਣਾ। ਫਿਰ ਤੁਹਾਡੇ ਲਈ ਗੱਡੀਆਂ ਆਉਣਗੀਆਂ ਵੱਡੀਆਂ ਵੱਡੀਆਂ, ਔਰ ਜੇ ਤੁਸੀਂ ਗੱਡੀਆਂ ਤੋਂ ਨਾ ਜੇ ਫਿਰ ਤੁਹਾਡੇ ਲਈ ਇੱਕ ਨਵਾਂ ਨਸ਼ਾ ਆਊਗਾ। ਕੋਕੀਨ ਆ ਰਿਹਾ ਹੁਣ, ਕੋਕੀਨ ਜਿਹੜਾ ਕਿ ਕਾਲੇ ਪੀਂਦੇ ਸੀ, ਉਹ ਬੰਬੇ ਤੋਂ ਚੰਡੀਗੜ੍ਹ ਤੱਕ ਪਹੁੰਚ ਗਿਆ ਭਰਾਵੋ। ਉਹਨੂੰ ਪਿੰਡਾਂ 'ਚ ਵੜਨ ਲੱਗੇ ਹੁਣ ਬੜਾ ਟਾਈਮ ਨਹੀਂ ਲੱਗਣਾ। ਉਹ ਕੋਕੀਨ ਉਹ ਨਸ਼ਾ ਜਿਹੜੀ ਵਾਸਤਵ ਫਿਲਮ ਸੰਜੇ ਦੱਤ ਦੀ ਵੇਖੀ ਹੋਣੀ ਆ ਤੁਸੀਂ, ਜਿਹਦੇ 'ਚੋਂ ਆਪਣੀ ਮਾਂ ਨੂੰ ਕਹਿੰਦਾ ਮੈਨੂੰ ਗੋਲੀ ਮਾਰ ਦੇ ਜਾਂ ਮੈਨੂੰ ਨਸ਼ਾ ਦੇ ਦੇ, ਜਿਹਦੇ 'ਚ ਬੰਦਾ ਸਿਰ ਮਰੂ, ਉਹ ਮਰਨਾ ਜਮੀ ਤੈਅ। ਉਹਦਾ ਕੋਈ ਉਹ ਤੁਸੀਂ ਕਿਤੇ ਉਹਦੇ ਡੀ ਰਿਐਕਸ਼ਨ ਸੈਂਟਰ 'ਚ ਨਹੀਂ ਕਿਤੇ ਜਾ ਸਕਦੇ। ਰੀਹੈਬ ਰਿਐਕਸ਼ਨ ਜਿਹੜੇ ਆ ਬਣਿਆ ਨਸ਼ਾ ਛਡਾਊ ਕੇਂਦਰ ਬਣਿਆ ਜਿਹੜੇ, ਉੱਥੇ ਮੌਤ ਆ। ਸੋ ਸਾਰੀ ਦੁਨੀਆ ਵੇਖੀ ਆ। ਪੰਜਾਬ ਨੂੰ ਬਦਨਾਮ ਬਾਹਲਾ ਕੀਤਾ ਜਾਂਦਾ, ਜਿੰਨਾ ਬਾਹਰ ਨਸ਼ਾ ਉਹਨਾਂ ਇੱਥੇ ਹੈ ਨਹੀਂ ਭਰਾਵੋ। ਸਿਰਫ ਅਸੀਂ ਲੋਕਾਂ ਨੂੰ ਲੀਡਰਾਂ ਨੇ ਜਾਣ ਕੇ ਵਿਹਲੇ ਕੀਤਾ ਹੋਇਆ। ਇਹ ਵਿਹਲੇ ਰਹਿਣ, ਇਹਨਾਂ ਦੀ ਮਾਨਸਿਕਤਾ ਗੱਡੀਆਂ ਕੋਠੀਆਂ ਕਰਾਂ ਤਾਂ ਕਰਦੀ ਤਾਂ ਜੋ ਅਸੀਂ ਲੜ ਹੀ ਨਾ ਸਕੀਏ। ਸਾਨੂੰ ਲੜਨਾ ਪੈਣਾ। ਸਾਨੂੰ ਦੂਜੇ ਦਾ ਕੁਛ ਨਾ ਵੇਖੋ ਉਹਦੇ ਕੋਲ ਕੀ ਹੈ ਯਾਰ, ਮੈਂ ਕਿਵੇਂ ਰਹਿਣਾ, ਮੈਂ ਆਪਣੀ ਜ਼ਿੰਦਗੀ ਕਿਵੇਂ ਸੁਧਾਰਨੀ ਆ, ਮੈਂ ਆਪਣੇ ਚ ਮਸਤ ਕਿਵੇਂ ਰਹਿ ਸਕਦਾ, ਮੈਂ ਆਪਣੇ ਹੱਕ ਲਈ ਕਿਵੇਂ ਲੜ ਸਕਦਾ। ਸਾਨੂੰ ਇਹ ਕਰਨਾ ਪੈਣਾ। ਸੋ ਇੰਨੀਆਂ ਕਿ ਗੱਲਾਂ, ਇਕੱਠੇ ਰਹੋ, ਲੜਾਈ ਲੜੋ, ਏਕਾ ਰੱਖੋ, ਪਿਆਰ ਨਾਲ ਰਹੋ, ਸਾਦਗੀ ਦਾ ਜ਼ਿੰਦਗੀ। ਸਾਦਗੀ ਇਹ ਨਹੀਂ ਹੁੰਦਾ ਕਿ ਪਾਟਾ ਕੁੜਤਾ ਪਜਾਮਾ ਪਾ ਲਓ ਜਾਂ ਕਸੇ ਕੱਪੜੇ ਪਾਓ। ਸਾਦਗੀ ਤੁਹਾਡਾ ਸਿੰਪਲ, ਤੁਹਾਡੀ ਬੋਲ ਚਾਲ, ਤੁਹਾਡਾ ਕੱਪੜਾ ਸਾਫ਼ ਹੋਵੇ, ਨਵਾਂ ਹੋਵੇ, ਪਰ ਸਾਦਗੀ ਵਾਲਾ ਹੋਵੇ। ਦੇਖ ਕੇ ਸਾਹਮਣੇ ਦੀਆਂ ਅੱਖਾਂ ਨਾਲ ਚੁੱਭਦੀਆਂ ਹੋਣ। ਹਰੇਕ ਨੂੰ ਰਣਵੀਰ ਸਿੰਘ ਬਣਨ ਦੀ ਲੋੜ ਨਹੀਂ। ਅਸੀਂ ਨਾਨਾ ਪਾਟੇਕਰ ਵੀ ਬਣ ਸਕਦੇ ਹਾਂ ਜੇ ਅਸੀਂ ਫਿਲਮਾਂ ਹੀ ਦੇਖਣੀਆਂ। ਅਸੀਂ ਨਾਨਾ ਪਾਟੇਕਰ ਵਰਗੀ ਜ਼ਿੰਦਗੀ ਵੀ ਜੀ ਸਕਦੇ ਹਾਂ, ਸਿੰਪਲ ਕਿਸਾਨੀ ਨਾਲ ਜੁੜ ਕੇ। ਸਾਨੂੰ ਉਹ ਤਰੰਗੀ ਬਣਨ ਦੀ ਲੋੜ ਨਹੀਂ, ਜ਼ਰੂਰੀ ਨਹੀਂ ਅਸੀਂ ਹਰ ਫਿਲਮ 'ਚ ਰਣਵੀਰ ਸਿੰਘ ਵਾਂਗੂ ਹੀ ਬਣੋ। ਸੋ ਇੰਨੀਆਂ ਕਿ ਗੱਲਾਂ। ਇੰਨੇ ਦਿਨਾਂ ਤੋਂ 2-3 ਮਹੀਨਿਆਂ ਤੋਂ ਫਿਰਦੇ ਆ ਕਿ ਨੌਜਵਾਨੀ ਵੀ ਜੁੜੀ ਆ, ਚਲੋ ਕਲਾਕਾਰਾਂ ਕਰਕੇ ਜੁੜੀ ਆ ਜਾਂ ਆਪਦੇ ਹੱਕ ਲਈ ਜੁੜੀ ਆ। ਸਾਰਿਆਂ ਨੂੰ ਇਕੱਠਾ ਕਰਕੇ ਲੱਗੇ ਹੋਏ ਆ ਅੱਗੇ ਵੀ, ਜਿੱਥੋਂ ਤੱਕ ਜੰਗ ਜਾਊਗੀ ਨਾਲ। ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ, ਬਸ ਨਾਲ ਰਹੋ। ਆਪਣੀ ਆਪਣੀ ਜ਼ਿੰਦਗੀ ਵੀ ਜਿਉ, ਜੋ ਜ਼ਿੰਦਗੀ 'ਚ ਕਰਦੇ ਹੋ ਉਹ ਵੀ ਕਰੋ, ਪਰ ਨਾਲ ਦੀ ਨਾਲ ਇਸ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ। ਕਿਸੇ ਵੀ ਤਰੀਕੇ ਨਾਲ ਬਣੋ, ਚਾਹੇ ਸੋਸ਼ਲ ਮੀਡੀਆ ਤੇ ਬਣੋ, ਚਾਹੇ ਗੁਰਦੁਆਰੇ 'ਚ ਅਰਦਾਸ ਕਰੋ। ਯਾਰ 3 ਤਰ੍ਹਾਂ ਦੇ ਹੁੰਦੇ ਆ ਜ਼ਿੰਦਗੀ 'ਚ। ਲਾਸਟ ਗੱਲ ਆ ਮੈਂ ਕਰ ਲੱਗਿਆ, ਜ਼ਿੰਦਗੀ 'ਚ ਯਾਰ 3 ਤਰ੍ਹਾਂ ਦੇ ਹੁੰਦੇ ਆ। ਇੱਕ ਯਾਰ ਉਹ ਹੁੰਦਾ ਜੇ ਤੁਹਾਡਾ ਕਿਤੇ ਨਾ ਪੰਗਾ ਪੈ ਗਿਆ ਤਾਂ ਆਪਾਂ ਕਹਿੰਦੇ ਚੱਲ ਆ ਵੀ ਤੇਰੇ ਨਾਲ ਦੇਖਦੇ ਆ। ਜਿਵੇਂ ਹੁਣ ਆਪਾਂ ਸ਼ੰਭੂ ਤੋਂ ਸਿੱਧਾ ਦਿੱਲੀ ਨੂੰ ਜਾਣਾ ਇਕੱਠੇ ਹੋ ਕੇ, ਬਾਰਡਰ ਟੱਪਣਾ, ਉਹ ਨੇ ਜਿਹੜੇ ਖੜਨ ਵਾਲੇ ਵੀ ਆ ਜੁੱਤੀ ਬੋਲੇ। ਇੱਕ ਯਾਰ ਉਹ ਹੁੰਦਾ ਕੋਈ ਨਹੀਂ ਯਾਰ ਤੁਸੀਂ ਚੱਲੋ, ਪੈਸੇ ਧੇਲੇ ਦੀ ਲੋੜ ਪੈ ਗਈ, ਕੋਈ ਤੇਲ ਪਾਉਣਾ, ਕੋਈ ਰੋਟੀ ਪਾਣੀ ਲੰਗਰ ਦੀ ਤਾਂ ਖੜੇ ਆ। ਇੱਕ ਯਾਰ ਪੈਸੇ ਵਾਲਾ ਉਹ ਹੁੰਦਾ। ਇੱਕ ਯਾਰ ਜਿਵੇਂ ਜਿਹਦੀ ਸਿੱਧੀ ਰੱਬ ਨਾਲ ਹੁੰਦੀ ਆ, ਉਹ ਕਹਿੰਦਾ ਯਾਰ ਚਾਹੋ ਮੈਂ ਤੁਹਾਡੇ ਲਈ ਅਰਦਾਸ ਕਰਦਾ, ਪ੍ਰਮਾਤਮਾ ਤੁਹਾਨੂੰ ਕਾਮਯਾਬੀਆਂ ਦੇਵੇ, ਪ੍ਰਮਾਤਮਾ ਤੁਹਾਨੂੰ ਕਾਮਯਾਬ ਕਰੇ। ਤਾਂ ਇਹਨਾਂ ਤਿੰਨਾਂ ਯਾਰਾਂ ਨੂੰ ਨਾਲ ਲੈ ਕੇ ਕਿਸੇ ਨੂੰ ਭੰਡਿਓ ਨਾ ਕਿ ਭਾਈ ਤੂੰ ਨਾਲ ਕਿਉਂ ਨਹੀਂ ਚੱਲਦਾ, ਸ਼ਾਇਦ ਉਹਦੀ ਦੁਆ ਕੰਮ ਆ ਜੇ। ਕਿਸੇ ਨੂੰ ਭੰਡਿਓ ਨਾ ਕਿ ਯਾਰ ਤੂੰ ਤਾਂ ਪੈਸਾ ਨਹੀਂ ਲਾਉਂਦਾ, ਕਿਉਂਕਿ ਕੋਈ ਪੈਸਾ ਲਾ ਸਕਦਾ, ਕੋਈ ਦੁਆ ਕਰ ਸਕਦਾ, ਕੋਈ ਚੱਲ ਸਕਦਾ, ਪਰ ਚੱਲੋ ਸਾਰੇ ਨਾਲ, ਆਪਣੀ ਆਪਣੀ ਸੋਚ ਦੇ ਨਾਲ, ਆਪਣੇ ਆਪਣੇ ਸੋਰਸ ਦੇ ਨਾਲ ਸਾਰੇ ਚੱਲੋ ਤੇ ਜੰਗ ਜਿੱਤੀਏ। ਜੰਗ ਜਿੱਤਾਂਗੇ ਤਾਂ ਭੰਗੜੇ ਵੀ ਪੈਣਗੇ, ਖੁਸ਼ੀਆਂ ਵੀ ਹੋਣਗੀਆਂ, ਨਜ਼ਾਰਾ ਵੀ ਆਊਗਾ ਜ਼ਿੰਦਗੀ ਦਾ। ਨਹੀਂ ਤਾਂ ਐਵੇਂ ਯਾਰ ਧਰਨਿਆਂ ਤੇ ਜਦੋਂ ਲੰਘਦੇ ਜਾਈਦਾ, ਇੱਕ ਬੰਦਾ ਵਿਆਹ 'ਚ ਨੱਚ ਰਿਹਾ ਡੀਜੇ ਤੇ, ਦੂਜੇ ਪਾਸੇ ਧਰਨੇ ਤੇ ਬੈਠੇ ਆ, ਦੁੱਖ ਹੁੰਦਾ ਕਿ ਨਹੀਂ ਯਾਰ ਅਸੀਂ ਵੰਡੇ ਪਏ ਆ, ਇਕੱਠੇ ਹੋਣਾ ਪੈਣਾ ਸੀ। ਸੋ ਇੰਨੀਆਂ ਕਿ ਗੱਲਾਂ ਮੇਰੀਆਂ ਜੇ ਚੰਗੀਆਂ ਲੱਗੀਆਂ ਤਾਂ ਦਿਲ 'ਚ ਰੱਖ ਲਿਓ, ਜੇ ਮਾੜੀਆਂ ਲੱਗੀਆਂ, ਕੋਈ ਜ਼ੁਬਾਨ ਆ ਇਹਦੇ 'ਚ ਹੱਡੀ ਤਾਂ ਹੁੰਦੀ ਨਹੀਂ, ਪਰ ਇੰਨੀ ਕੁ ਗੱਲ ਆ ਫਰਕ ਪੈ ਕੇ ਹੱਡੀਆਂ ਤੜਵਾ ਜ਼ਰੂਰ ਦਿੰਦੀ ਆ। ਪਰ ਫਿਰ ਵੀ ਕਿਸੇ ਦੇ ਖਿਲਾਫ ਕੋਈ ਵੀ ਸ਼ਬਦ ਮਾੜਾ ਬੋਲਿਆ ਗਿਆ ਹੋਵੇ, ਉੱਚਾ ਨੀਵਾਂ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ। ਤੁਹਾਡਾ ਭਰਾ ਆ, ਪੁੱਤ ਆ, ਵੀਰ ਆ, ਛੋਟੇ ਬੱਚਿਆਂ ਦਾ ਕੋਈ ਚਾਚਾ ਤਾਇਆ, ਮਾਫ ਕਰਿਓ, ਚੜ੍ਹਦੀ ਕਲਾ ਰੱਖਿਓ, ਇਕੱਠੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਰਾ ਕਿਸਾਨ